10ਵੀਂ ਕਲਾਸ ਦੇ ਵਿਦਿਆਰਥੀਆਂ ਦਾ ਬਹੁਤ ਸਵਾਗਤ। ਵੰਨਗੀ ਦੇ ਵਿੱਚ ਜੋ ਉਹਨਾਂ ਦੀ ਪਹਿਲੀ ਇਕਾਂਗੀ ਆ ਕਹਾਣੀ ਆ ਕੁਲਫੀ। ਸੋ ਉਹ ਅਸੀਂ ਇਸ ਵੀਡੀਓ ਦੇ ਵਿੱਚ ਪੂਰਾ ਐਕਸਪਲੇਨ ਕਰਾਂਗੇ ਕਹਾਣੀ ਨੂੰ, ਉਹਨਾਂ ਦੇ ਕੁਐਸਚਨ ਆਨਸਰ ਉਹਦੇ ਬਾਰੇ ਪੂਰਾ ਸੁਝਾਵਾਂਗੇ। ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ। ਜਿਹੜੇ ਵੀ 10ਵੀਂ ਕਲਾਸ ਦੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਇਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਕੁਲਫੀ ਹੈ ਜਿਹੜੀ ਉਹ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਕੁਲਫੀ ਕਹਾਣੀ ਹੈਗੀ ਆ ਜੋ ਉਹ ਸੁਜਾਨ ਸਿੰਘ ਜੀ ਦੁਆਰਾ ਲਿਖੀ ਗਈ ਹੈ। ਸੋ ਮਹੀਨਾ ਮੁੱਕਣ 'ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਜ ਦੇ ਪਹਿਲੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਨੇ ਅਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਵਿੱਚ ਨਾਲ ਹੀ ਉੱਡ ਫੁੱਡ ਜਾਂਦੀ ਹੈ। ਮੈਨੂੰ ਪੱਠੇ ਦੀ ਸੱਫ ਚੁੱਭ ਰਹੀ ਹੈ। ਪਾਸਾ ਵੱਟ ਕੇ ਪਿੱਠ 'ਤੇ ਹੱਥ ਫੇਰਿਆ ਤਾਂ ਸੱਫ ਦੀਆਂ ਪਿੜੀਆਂ ਪਿੰਡੇ ਵਿੱਚ ਚੁਭੀਆਂ ਹੋਈਆਂ ਸਨ। ਮਲਾਈ ਵਾਲੀ ਕੁਲਫੀ ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਦੇ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮੇਰੇ ਮੂੰਹ ਵਿੱਚੋਂ ਪਾਣੀ ਆ ਰਿਹਾ ਸੀ ਪਰ ਮੈਂ ਬੇਵੱਸ ਸਾਂ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ। ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਸੋ ਇੱਥੇ ਜੋ ਕਹਾਣੀਕਾਰ ਉਹ ਖਿਜਿਆ ਕਿਉਂ ਹੋਇਆ ਸੀ? ਕਿਉਂਕਿ ਉਹਦੀ ਤਨਖਾਹ ਸੀ ਬਹੁਤ ਘੱਟ ਸੀਗੀ। ਸੋ ਉਹਦੀ ਤਨਖਾਹ ਸੀ ਜਿਹੜੀ ਉਹ ਪਹਿਲੇ 15 ਦਿਨਾਂ ਵਿੱਚ ਉੱਡ ਫੁੱਡ ਗਈ ਸੀ, ਮਤਲਬ ਖ਼ਤਮ ਹੋ ਗਈ ਸੀ। ਨਾਲ 15 ਦਿਨ ਵੀ ਖ਼ਤਮ ਹੋਏ, ਨਾਲ ਉਹਦੀ ਤਨਖਾਹ ਵੀ ਖ਼ਤਮ ਹੋ ਗਈ। ਉਹ ਤਨਖਾਹ ਕਰਕੇ ਪਰੇਸ਼ਾਨ ਸੀਗਾ। ਹੁਣ ਅਸੀਂ ਅੱਗੇ ਪੜ੍ਹਦੇ ਹਾਂ। ਦਾਜੀ ਕਿੰਨੀਆਂ ਆਜਾਂ ਮਾਰੀਆਂ ਜਾਗਦੇ ਨੇ। ਇਹ ਬੱਚਾ ਤੁਤਲੀ ਆਵਾਜ਼ ਵਿੱਚ ਬੋਲ ਰਿਹਾ, ਇਸ ਕਰਕੇ ਇਸ ਤਰ੍ਹਾਂ ਲਿਖਿਆ ਹੋਇਆ। ਹਾਂ ਤੂੰ ਕੀ ਕਰਨਾ ਦੱਸ ਵੀ, ਮੈਂ ਕੁਝ ਕਾਹਲੇ ਪੈ ਕੇ ਪੁੱਛਿਆ। ਇਹ ਕਹਾਣੀਕਾਰ ਕਹਿ ਰਿਹਾ ਕਿ ਮੈਂ ਉਸ ਨੂੰ ਪੁੱਛਿਆ, ਆਪਣੇ ਬੱਚੇ ਨੂੰ, ਨਿੱਕੇ ਜੋ ਉਹਦਾ ਪੁੱਤ ਸੀਗਾ ਉਹਨੂੰ। ਤੱਕਾ ਇੱਕ ਤੱਕਾ ਦਿਓ ਦਾਜੀ। ਤੱਕਾ ਮਤਲਬ ਟਕਾ। ਬੰਗਲਾਦੇਸ਼ੀ ਭਾਸ਼ਾ ਦੇ ਵਿੱਚ ਟਕਾ ਨੂੰ ਰੁਪਈਆ ਕਹਿੰਦੇ, ਮਤਲਬ ਜੋ ਪੈਸੇ ਹੁੰਦੇ ਨੇ ਉਹ ਮੰਗ ਰਿਹਾ। ਸੋ ਪਰ ਟਕਾ ਮੇਰੇ ਕੋਲ ਹੈ ਨਹੀਂ ਸੀ। ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ। ਜੂਨ ਦੀ 26 ਤਰੀਕ ਸੀ। ਘਰ ਦਾ ਖਰਚ, ਬਾਜ਼ਾਰ ਦੀ ਉਧਾਰ ਦੀ ਸਾਖ 'ਤੇ ਮਸੀਂ ਹੀ ਤੁਰ ਰਿਹਾ ਸੀ। ਤੱਕਾ ਦਿਓ ਵੀ, ਤੱਕਾ ਦਿਓ ਦਾਜੀ। ਦਾਜੀ ਮਤਲਬ ਉਹ ਆਪਣੇ ਡੈਡੀ ਨੂੰ, ਆਪਣੇ ਪਿਤਾ ਨੂੰ ਕਹਿ ਰਿਹਾ। ਸੋ ਬਾਹਰ ਮੁਰਨਵੇਂ ਵਾਲਾ ਉੱਚੀ ਆਵਾਜ਼ ਵਿੱਚ ਸਾਡੇ ਬੂਹੇ ਅੱਗੇ ਹੋਕਾ ਦੇ ਰਿਹਾ ਸੀ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, ਕਾਕਾ ਤੂੰ ਟਕਾ ਕੀ ਕਰਨਾ? ਖਰਚਣਾ ਮੈਂ ਟਕਾ, ਹੋਰ ਕੀ ਕਰੀਦਾ ਟਕੇ ਨੂੰ? ਮੈਨੂੰ ਪਤਾ ਹੈ ਕਿ ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਤਾਂ ਮੈਨੂੰ ਧੇਲਾ ਖਰਚਣ ਨੂੰ ਮਿਲਦਾ ਸੀ ਅਤੇ ਧੇਲੇ ਦੀ ਮਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਹੀ ਨਹੀਂ ਸੀ ਆਉਂਦੇ। ਕਿਉਂਕਿ ਹੁਣ ਗੱਲ ਕਰ ਰਿਹਾ ਵਾ ਪੁਰਾਣੇ ਜ਼ਮਾਨੇ ਦੀ, ਜਦੋਂ ਜੰਗ ਲੱਗੀ ਹੋਈ ਸੀ। ਪਹਿਲੀ ਜੰਗ ਕਦੋਂ ਸੀ? 1914 ਤੋਂ ਗੱਲ ਕਰ ਰਿਹਾ। ਉਦੋਂ ਮਹਿੰਗਾਈ ਨਹੀਂ ਸੀ, ਉਦੋਂ ਬੜੇ ਸਸਤੇ ਅਤੇ ਬੜੀ ਸਸਤੀ ਚੀਜ਼ ਮਿਲ ਜਾਂਦੀ ਸੀ। ਹੁਣ ਆਨੇ ਦੇ ਵੀ ਉਨੇ ਛੋਲੇ ਨਹੀਂ ਸੀ ਮਿਲਦੇ। ਪਰ ਆਪਣੇ ਹਿਸਾਬ ਨਾਲ ਜਦੋਂ ਦੀ ਦੱਸ ਰਿਹਾ ਉਦੋਂ ਵੀ ਬਹੁਤ ਘੱਟ ਮਹਿੰਗਾਈ ਸੀ। ਹੁਣ ਤਾਂ ਬਹੁਤ ਸਮਾਂ ਲੰਘ ਗਿਆ। ਮੇਰੀ ਆਮਦਨ, ਮੇਰੇ ਪਿਤਾ ਜੀ ਦੀ ਆਮਦਨ ਦੀ ਪਾਸਕ ਵੀ ਨਹੀਂ ਸੀ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਜੀ ਤੋਂ ਕਈ ਗੁਣਾ ਵੱਧ ਸੀ। ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਅਤੇ ਕਾਇਮ ਰੱਖਣ ਵਾਲੇ ਧਨ ਕੁਬੇਰਾਂ 'ਤੇ ਵਿਚਾਰ ਕਰਨ ਲੱਗ ਪਿਆ। ਬਾਹਰੋਂ ਫਿਰ ਮੁਰਮਰਾ ਛੋਲੇ ਦਾ ਹੋਕਾ ਗੂੰਜਿਆ ਅਤੇ ਨਾਲ ਹੀ ਕਾਕੇ ਨੇ ਆਖਿਆ, ਤੱਕਾ ਦਿਓ ਨਾ ਦਾਜੀ। ਤੱਕਾ ਭੈੜਾ ਹੁੰਦਾ। ਮੈਂ ਹਾਲਾਤ ਤੋਂ ਵੀ ਪੈਦਾ ਹੋਈ ਬਦਹਵਸੀ ਜਿਹੀ ਵਿੱਚ ਕਿਹਾ, ਤੂੰ ਤੱਕਾ ਵੀ ਕਦੇ ਭੈੜਾ ਹੁੰਦਾ ਦਾਜੀ? ਤੱਕੇ ਦਾ ਮੁਰਮਰਾ ਆਉਂਦਾ ਹੈ। ਉਹ ਪੁੱਛ ਰਿਹਾ ਕਿ ਜਿਹੜਾ ਤੱਕਾ ਮਤਲਬ ਪੈਸਾ ਆਉਂਦਾ ਉਹ ਕਦੇ ਭੈੜਾ ਨਹੀਂ ਹੁੰਦਾ, ਉਹਦਾ ਖਾਣ ਵਾਸਤੇ ਮੁਰਮਰਾ ਆਉਂਦਾ ਵਾ। ਮੁਰਮਰਾ ਭੈੜਾ ਹੁੰਦਾ? ਮੈਂ ਆਖਿਆ, ਅਤੇ ਬਾਕੀ ਗੱਲ ਹਾਲਾ ਮੇਰੇ ਮੂੰਹ ਵਿੱਚ ਹੀ ਸੀ। ਕਾਕੇ ਨੇ ਕਿਹਾ, ਮੁਰਮਰਾ ਤਾਂ ਮਿੱਠਾ ਹੁੰਦਾ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਵੀ ਮਿੱਠੇ ਦਾ ਲੋਭੀ ਹਾਂ, ਪਰ ਫਿਰ ਵੀ ਮੈਂ ਆਪਣੀ ਫੋਕੀ ਹਿਕਮਤ ਜਗਾਉਂਦਿਆਂ ਕਿਹਾ, ਮੁਰਮਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੂ। ਤੁਸੀਂ ਤੱਕਾ ਦਿਓ, ਮੈਨੂੰ ਨਹੀਂ ਲੱਗਦੀ ਲੁਕਦੀ ਖੰਘ।
ਮੁੰਡਾ ਮੱਛਰ ਦਾ ਜਾਪਦਾ ਸੀ। ਟਕਾ ਮੇਰੇ ਕੋਲ ਹੈ ਹੀ ਨਹੀਂ ਸੀ। ਮੈਂ ਕਾਕੇ ਨੂੰ ਟਾਲਣ ਦੇ ਲਈ ਉਸ ਨੂੰ ਪਤਾ ਹੀ ਨਹੀਂ ਕਹਿ ਦਿੱਤਾ, ਖਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ। ਮੁਰਮਰਾ ਗੰਦਾ ਹੁੰਦਾ ਹੈ, ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ। ਮੁਰਮਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ। ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਨੂੰ ਖਾਣ ਲਈ ਮੰਨ ਗਿਆ। ਸੋ ਉਸਨੇ ਆਪਣੇ ਬੱਚੇ ਨੂੰ ਪਹਿਲਾਂ ਤਾਂ ਕੁਲਫੀ ਵਾਲੇ ਤੋਂ ਹਟਾਇਆ, ਫਿਰ ਉਸਨੇ ਮੁਰਮਰੇ ਵਾਲੇ ਤੋਂ ਹਟਾਇਆ। ਹੁਣ ਉਸਨੇ ਇਹ ਕਹਿ ਦਿੱਤਾ ਸੀ ਕਿ ਤੈਨੂੰ ਸ਼ਾਮ ਨੂੰ ਮੈਂ ਕੁਲਫੀ ਖਵਾ ਕੇ ਲਿਆਊਂ। ਸੋ ਹੁਣ ਬੱਚਾ ਇਸ ਨੂੰ ਕਹਿ ਕੇ ਟਲ ਗਿਆ। ਤੁਹਾਨੂੰ ਪਤਾ ਕਿ ਆਮ ਸਾਡੇ ਘਰ ਵਿੱਚ ਬੱਚੇ ਹੁੰਦੇ ਨੇ, ਬੱਚੇ ਇਸ ਤਰ੍ਹਾਂ ਹੀ ਟਲ ਜਾਣ ਜੇਕਰ ਅਸੀਂ ਉਹਨਾਂ ਨੂੰ ਕੁਛ ਕਹਿ ਦਈਏ ਕਿ ਤੁਹਾਨੂੰ ਇਹ ਲੈ ਕੇ ਦੇਵਾਂਗੇ, ਤੈਨੂੰ ਸ਼ਾਮ ਨੂੰ ਇੱਥੇ ਲੈ ਕੇ ਜਾਵਾਂਗੇ। ਸੋ ਉਸ ਤਰ੍ਹਾਂ ਹੀ ਇਹ ਹੋਇਆ। ਮੈਂ ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਹੋਰ ਕੋਈ ਛਾਬੜੀ ਵਾਲਾ ਨਾ ਆ ਜਾਵੇ। ਉਸ ਨੂੰ ਟੈਨਸ਼ਨ ਪੈ ਗਈ ਕਿ ਕੋਈ ਹੋਰ ਖਾਣ ਵਾਲੀ ਚੀਜ਼ ਵਾਲਾ ਨਾ ਆ ਜੇ। ਅਸਲ 'ਚ ਉਹ ਆਪਣੇ ਬੱਚੇ ਦੀ ਇੱਛਾ ਨਾ ਪੂਰੀ ਕਰ ਸਕੇ, ਉਹ ਵੀ ਬਹੁਤ ਪਰੇਸ਼ਾਨ ਸੀ। ਉਹ ਇਹ ਨਹੀਂ ਸੀ ਕਿ ਉਹਦੇ ਕੋਲ ਪੈਸੇ ਸੀ, ਕਿ ਉਹਦੇ ਕੋਲ ਪੈਸੇ ਹੈ ਨਹੀਂ ਸੀ। 26 ਤਰੀਕ ਹੋ ਗਈ ਸੀ, ਕਾਫੀ ਦਿਨ ਬਾਕੀ ਸੀ ਮਹੀਨੇ ਦੇ, ਅਤੇ ਉਸ ਤੋਂ ਬਾਅਦ ਉਹਨੂੰ ਤਨਖਾਹ ਮਿਲਣੀ ਸੀਗੀ। ਠੀਕ ਹੈ। ਸੋ ਮੈਂ ਆਪਣੇ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਜ਼ਾਰ ਵੱਲ ਨਿਕਲ ਗਿਆ ਅਤੇ ਸੜਕਾਂ 'ਤੇ ਸਮਾਂ ਕਤਲ ਕਰਦਾ ਰਿਹਾ। ਕਤਲ ਕਰਨ ਮਤਲਬ ਉਹਦਾ ਸਮਾਂ ਬਰਬਾਦ ਕਰਦਾ ਰਿਹਾ, ਕਿਉਂਕਿ ਬੱਚੇ ਤੋਂ ਬਚਣਾ ਚਾਹੁੰਦਾ ਸੀ। ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਸੀ, ਉਹਦੇ ਕੋਲ ਰੁਪਈਆ ਨਹੀਂ ਸੀਗਾ ਕੋਈ ਵੀ ਆਪਣੇ ਬੱਚੇ ਨੂੰ ਖਾਣ ਦੇ ਲਈ, ਕੁਛ ਲੈਣ ਲਈ। ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ। ਮੈਂ ਆਪਣੇ ਮਾਲਕ ਨੂੰ ਇਹੋ ਨਹੀਂ ਕਹਿੰਦਾ ਕਿ ਮੇਰੇ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਪਰ ਕੌਣ ਸੁਣੇਗਾ ਮੇਰੀ। ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ। ਲੋੜਵੰਦ ਇਕੱਠੇ ਹੋ ਕੇ ਨਹੀਂ ਸਕਦੇ। ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ। ਸੋ ਇਕੱਠੀ ਮੰਗ ਨਾ ਕਰਨ, ਮੰਗ ਕੀਤਿਆਂ ਵਾਰੀ ਨੌਕਰੀਓਂ ਜਵਾਬ ਹੋ ਜਾਂਦੀ ਹੈ। ਨੌਕਰੀਓਂ ਮਤਲਬ ਉਸ ਨੂੰ ਜੇਕਰ ਉਹਨੇ ਆਪਣੀ ਤਨਖਾਹ ਵਧਾਉਣ ਨੂੰ ਕਹੀ ਤਾਂ ਉਸ ਨੂੰ ਡਰ ਸੀ ਕਿ ਉਸ ਨੂੰ ਨੌਕਰੀਓਂ ਨਾ ਕੱਢ ਦੇਵੇ। ਠੀਕ ਹੈ। ਮੈਂ ਡਰ ਗਿਆ। ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਤੋਂ ਹੀ ਚੁੱਪ ਰਿਹਾ ਸਾਂ ਅਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਸ਼ਾਮੀ ਇਹ ਸਮਝ ਕੇ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦੱਬੀ ਪੈਰੀ ਘਰ ਵੜਿਆ। ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ। ਉੱਤੋਂ ਹੀ ਆਵਾਜ਼ ਆਈ, ਦਾਜੀ ਆਇਆ ਜੇ। ਅਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ। ਦਾਜੀ ਕੁਲਫੀ ਖਾਣ ਜਾਣਾ ਜੇ ਮਤਲਬ ਇਹ ਉੱਧਰਲੀ ਲੈਂਗੁਏਜ ਆ, ਅੰਮ੍ਰਿਤਸਰ ਵਾਲੀ ਸਾਈਡ। ਠੀਕ ਹੈ। ਉਸ ਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ। ਆਸ ਮਤਲਬ ਉਸ ਨੂੰ ਸੀਗਾ ਕਿ ਹਾਂ ਮੇਰੇ ਡੈਡੀ, ਮੇਰੇ ਪਿਤਾ ਜੀ ਆਉਣਗੇ, ਮੈਂ ਉਹਨਾਂ ਨਾਲ ਜਾਊਂਗਾ। ਉੱਤੇ ਚੱਲ ਉੱਤੇ, ਮੈਂ ਕਿਹਾ। ਕਾਕਾ ਨਿਮੋਝਣਾ ਜਿਹਾ ਹੋ ਕੇ ਅੱਗੇ ਤੁਰ ਪਿਆ। ਮੰਜੇ 'ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਹੈ, ਕੁਲਫੀ ਕੱਲ੍ਹ ਖਾਵਾਂਗੇ। ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਗਿਆ। ਕਿੰਨਾ ਚਿਰ ਅਸਮਾਨ ਵੱਲ ਤਾਕੇ ਸੋਚਦਾ ਰਿਹਾ, ਫਿਰ ਆਖਣ ਲੱਗਾ, ਦਾਜੀ ਤਾਰੇ ਪਏ ਹੁੰਦੇ ਨਾ। ਵੱਡਾ ਭਾ ਆਖਦਾ, ਤਾਰੇ ਪਈਦੇ ਹੁੰਦੇ ਨੇ। ਦਾਜੀ ਸਾਡੇ ਪਈਦੇ, ਸਾਡੇ ਕੋਠੇ 'ਤੇ ਕਿਉਂ ਨਹੀਂ ਵਰ ਪੈਂਦੇ। ਸੋ ਤੁਤਲੀ ਆਵਾਜ਼ ਵਿੱਚ ਬੋਲਦਾ ਕਿ ਤਾਰੇ ਆ ਜਿਹੜੇ ਉਹ ਉੱਪਰ ਪੈਂਦੇ ਨੇ ਅਤੇ ਸਾਡੇ ਕੋਠੇ ਉੱਪਰ ਕਿਉਂ ਨਹੀਂ ਪੈਂਦੇ ਜਾਂ ਡਿੱਗਦੇ ਨਹੀਂ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਉਹ। ਦੂਸਰੇ ਦਿਨ ਕੰਮ 'ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਸਾਂ ਤਾਂ ਪਰ ਹੀਆਂ ਨਹੀਂ ਸੀ ਪੈਂਦਾ। ਹੀਆਂ ਮਤਲਬ ਉਹਦਾ ਹਿੰਮਤ ਨਹੀਂ ਪੈਂਦੀ ਸੀਗੀ। ਮੰਗਣਾ ਬਹੁਤ ਹੀ ਔਖਾ ਕੰਮ ਹੈ, ਮੌਤ ਜਿੰਨਾ ਦੁੱਖ ਹੁੰਦਾ ਮੰਗਣ ਵਿੱਚ। ਅੱਖ ਨੇ ਇੱਕ ਸਾਥੀ ਕੋਲ 3 ਰੁਪਏ ਲੈ ਹੀ ਲਏ। ਜਦ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਛ ਲਏ। ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ ਤੇਲ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਹੀ 3 ਰੁਪਏ ਮੁੱਕ ਗਏ। ਮੈਂ ਕਿਹਾ ਵੀ ਨਹੀਂ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨਾਂ ਕਹਿ ਛੱਡਿਆ, ਬੜਾ ਉਹਨੂੰ ਯਾਦ ਰਹਿਣਾ। ਮੈਂ ਟਕਾ ਦੇ ਕੇ ਛੱਡਾਂਗੀ ਮੁਰਮਰੇ ਲਈ। ਉਸਦੀ ਪਤਨੀ ਨੇ ਕਿਹਾ ਸੀ ਇਹ ਸਾਰਾ ਕੁਛ। ਕਾਕੇ ਜਾਗਦਿਆਂ ਹੀ ਕੁਲਫੀ ਮੰਗੀ। ਚੀਕ ਚਿਹਾੜਾ ਪੈ ਗਿਆ। ਕੱਲ੍ਹ ਵਾਲਾ ਮੁਰਮਰਾ ਅਤੇ ਟਕਾ ਮਨਜ਼ੂਰ ਨਹੀਂ। ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਅਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ। ਢੇਰ ਰਾਤ ਗੁਜ਼ਰੀ, ਮਤਲਬ ਬਹੁਤ ਸਾਰੀ ਰਾਤ ਗੁਜ਼ਰ ਗਈ। ਮੁੜਿਆ ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਕਿਹਾ, ਦੱਸਿਆ ਕਿ ਕਾਕਾ ਬੜਾ ਚਿਰ ਤੋਂ ਉਡੀਕਦਾ ਰਿਹਾ ਸੀ।
मैं काके दे नाल लम्मा पिया, बड़ा बेचैन रहा। नींद आउंदी ही नहीं सी, पर आखिर पता नहीं कदों आ गई। नींद ते आखदियां ने सूलां ते भी आ जाती है। सो इत्थे मतलब कुल मिला के कहानी तो तुसीं ये समझ रहे हो कि जो ਉਹਦਾ ਪਿਤਾ ਵਾ ਇੰਨੀ ਮਹਿੰਗਾਈ ਦੇ ਵਿੱਚ ਇੱਕ ਕੁਲਫੀ ਨਹੀਂ ਖਵਾ ਸਕਿਆ ਆਪਣੇ ਪੁੱਤਰ ਨੂੰ, ਕਿਉਂਕਿ ਉਹਦੀ ਤਨਖਾਹ ਬਹੁਤ ਘੱਟ ਹੈ, ਮਹਿੰਗਾਈ ਬਹੁਤ ਜ਼ਿਆਦਾ, ਮਤਲਬ ਗਰੀਬਾਂ ਦੀ ਜ਼ਿੰਦਗੀ ਦੱਸੀ ਗਈ ਕਿ ਕਿੱਦਾਂ ਦੀ ਹੁੰਦੀ ਹੈ। ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ। ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ। ਉਸ ਤੋਂ 2-3 ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ ਸਨ। ਹੁਣ ਉਸ ਬਾਂਹ ਉਠਾ ਕੇ ਮੇਰੇ ਮੂੰਹ 'ਤੇ ਮਾਰੀ। ਜਾਗਦਿਆਂ ਮੈਂ ਅੱਗੇ ਹੀ ਹੋਇਆ ਸਾਂ। ਹੁਣ ਚੇਤਨ ਹੋ ਗਿਆ। ਕਾਕਾ ਕੁਝ ਬੁੜਬੁੜਾਇਆ। ਮੈਨੂੰ ਕੁਝ ਪਤਾ ਨਾ ਲੱਗਾ। ਫਿਰ ਉੱਚੀ ਬੁੜਬੁੜਾਇਆ, ਕੁਫੀ ਕੁਫੀ ਦਾ ਜੀ ਕੁਫੀ। ਕੁਫੀ ਮਤਲਬ ਕੁਲਫੀ ਮੰਗ ਰਿਹਾ ਸੀ, ਨੀਂਦ ਦੇ ਵਿੱਚ ਵੀ। ਮੈਂ ਬਹਿਪਲ ਹੋ ਉੱਠਿਆ। ਸਰਦਾਰ ਜੀ ਜਾਗਦੇ ਹੋ? ਸ਼੍ਰੀਮਤੀ ਨੇ ਆਖਿਆ। ਤੇ ਇਹ ਜਾਣਦੇ ਮੈਂ ਜਾਗਦਾ ਹਾਂ, ਉਹ ਜਾਰੀ ਰੱਖਿਆ। ਖਸਮਾਂ ਖਾਣਾ ਸੁੱਤਾ ਪਿਆ ਕੁਲਫੀਆਂ ਮੰਗਦਾ, ਉਹਦੀ ਪਤਨੀ ਨੇ ਕਿਹਾ। ਮਤਲਬ ਗਾਲਾਂ ਕੱਢੀਆਂ ਉਸ ਨੂੰ, ਆਪਣੇ ਪੁੱਤਰ ਨੂੰ, ਕਿ ਉਹ ਰਾਤ ਨੂੰ ਵੀ ਇਹੀ ਸੋਚ ਰਿਹਾ ਕਿ ਕੁਲਫੀ ਕਿਸ ਤਰ੍ਹਾਂ ਮਿਲੇਗੀ ਉਸ ਨੂੰ। ਮੇਰੇ ਤੇ ਮਾਨੋ ਬਿਜਲੀ ਪੈ ਗਈ। ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ। ਸਵੇਰੇ ਜਾਗ ਕੇ ਕਾਕੇ ਕੁਲਫੀ ਦੀ ਮੰਗ ਕੋਈ ਨਾ ਕੀਤੀ। ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਹੀ ਉਸਨੇ ਮੈਥੋਂ ਕੁਝ ਉਧਾਰ ਨਾ ਲੈ ਸਕਣ ਦੀ ਅਸਫਲਤਾ 'ਤੇ ਝੂਰਦਾ ਰਿਹਾ। ਫਿਰ ਮੈਨੂੰ ਨੀਂਦ ਆ ਗਈ। ਮੇਰੀ ਨੀਂਦ ਹਾਲੇ ਅਡਵੱਟੇ ਹੀ ਸੀ। ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੋਕਾ ਤਾਂ ਠੰਡੀ ਠਾਰ ਕੁਲਫੀ, ਮਜ਼ੇਦਾਰ ਕੁਲਫੀ। ਮੈਂ ਜਾਗ ਪਿਆ। ਕਾਕੇ ਮੇਰੇ ਲਾਗੇ ਰਬੜ ਦੀ ਪਾਟੀ ਬੱਤਖ ਨਾਲ ਖੇਡ ਰਿਹਾ ਸੀ। ਦੂਸਰੀ ਆਵਾਜ਼ 'ਤੇ ਉਸਦੇ ਕੰਨ ਖੜ੍ਹੇ ਹੋ ਗਏ। ਬੱਤਖ ਨੂੰ ਸੁੱਟ ਕੇ ਉਹ ਖੜ੍ਹਾ ਹੋ ਗਿਆ। ਬੂਹੇ ਲਾਗੇ ਜਾ ਕੇ ਉਹ ਖੜ੍ਹਾ ਹੋ ਕੇ ਬਾਹਰ ਦੇਖਣ ਲੱਗ ਪਿਆ। ਮੈਂ ਸੋਚਿਆ ਹੁਣ ਮੈਨੂੰ ਜਗਾਉਣ ਆਵੇਗਾ, ਪਰ ਉਹ ਉੱਥੇ ਹੀ ਖਲੋਤਾ ਰਿਹਾ। ਫਿਰ ਉਹ ਬਾਜ਼ਾਰ ਤੁਰ ਪਿਆ। ਮੈਂ ਉੱਠ ਕੇ ਬੂਹੇ ਓਲੇ ਆ ਖੜੋਤਾ। ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇ ਰਿਹਾ ਸੀ। ਸੋ ਇਹ ਮੁੰਡਾ ਗਲੀ ਦਾ ਬਲੀ ਸੀ, ਮਤਲਬ ਬਲਵਾਨ ਸੀਗਾ, ਅਤੇ ਆਪਣੇ ਛੋਟੇ ਮੁੰਡਿਆਂ ਨੂੰ ਸਦਾ ਕੁੱਟਦਾ ਰਹਿੰਦਾ ਸੀ। ਇਹ ਕੋਈ 8 ਕੁ ਵਰ੍ਹਿਆਂ ਦਾ ਸੀ ਅਤੇ ਸਾਡੇ ਕਾਕੇ ਤੋਂ 3 ਕੁ ਸਾਲ ਵੱਡਾ ਸੀ। ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜ੍ਹਾ ਸੀ। ਕੁਲਫੀ ਵਾਲਾ ਉਸ ਵੱਲ ਗੌਰ ਦੇ ਨਾਲ ਦੇਖ ਰਿਹਾ ਸੀ, ਪਰ ਉਸ ਕੁਲਫੀ ਵਾਲੇ ਭਾਈ ਕੋਲੋਂ ਕੁਲਫੀ ਨਹੀਂ ਸੀ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦਿੱਤੀ ਤਾਂ ਪਲੇਟ ਹੱਥ ਵਿੱਚ ਰੱਖੀ ਤਾਂ ਕਾਕਾ ਧੁੱਸ ਕੇ ਉਸ ਨੂੰ ਪੈ ਗਿਆ। ਉਹ ਗਈ ਪਲੇਟ, ਉਹ ਗਈ ਕੁਲਫੀ। ਫਲੂਦਾ ਦੇ ਚਮਚਾ ਅਤੇ ਮੋਰੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ। ਕਿਤੇ ਜੇਤੂ ਵਾਂਗ ਕਾਕਾ ਉਸਦੇ ਵੱਲ ਦੇਖਦਾ ਰਿਹਾ। ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ। ਕੁਲਫੀ ਦਾ ਨੁਕਸਾਨ ਦੇਖ ਕੇ ਆਪਣੀ ਹੇਠੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਹੋਵੇ, ਇਉਂ ਹੀ ਉਹ ਉੱਠਿਆ। ਕਾਕੇ ਨੇ ਫਿਰ ਉਸ ਨੂੰ ਇੱਕ ਐਸੀ ਢੁੱਡ ਮਾਰੀ ਮਤਲਬ ਸਿਰ ਮਾਰਿਆ ਕਿ ਫਿਰ ਉਹ ਮੋਰੀ ਵਿੱਚ ਜਾ ਪਿਆ। ਮੋਰੀ ਗਲੀ ਦੇ ਵਿੱਚ ਡਿੱਗਿਆ, ਕੋਈ ਥਾਂ ਗੋਲ ਉਹਦੇ ਵਿੱਚ ਚੀਕਾਂ ਮਾਰਨ ਲੱਗ ਪਿਆ। ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ। ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ। ਕੁਲਫੀ ਵਾਲੇ ਨੇ ਸ਼ਾਹਾਂ ਦੀ ਮੁੰਡੇ ਨੂੰ ਉਠਾ ਲਿਆ। ਸ਼ਾਨੀ ਜੋ ਕਿ ਕੋਈ ਵੀ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਲੈ ਕੇ ਆਈ। ਕਾਕੇ ਦਾ ਸਰੀਰ ਭਖ ਰਿਹਾ ਸੀ। ਸ਼੍ਰੀਮਤੀ ਨੇ ਕਿਹਾ, ਆ ਖਸਮਾਂ ਖਾਣਿਆ, ਤੂੰ ਲੱਗਿਆ ਹੁਣ ਉਲਾਂਭੇ ਲਿਆਉਣ ਅਤੇ ਮਾਰਨ ਲਈ ਚਪੇੜ ਉਗਾਰੀ, ਮਤਲਬ ਆਪਣੇ ਬੱਚੇ ਨੂੰ ਮਾਰਨ ਨੂੰ, ਕਿਉਂਕਿ ਸਮਝਾਉਣਾ ਬੱਚੇ ਨੂੰ, ਕਿਉਂਕਿ ਉਹ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦਾ, ਵੱਡੇ ਹੋ ਕੇ ਹੋਰ ਵੀ ਵੱਡਾ ਚੋਰ ਬਣੇਗਾ। ਇਸ ਕਰਕੇ ਮਾਂ ਨੂੰ ਫਿਕਰ ਸੀ, ਇਸ ਕਰਕੇ ਉਸਨੇ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ। ਠੀਕ ਹੈ। ਮੈਂ ਕਿਹਾ, ਕੁਝ ਵੰਡ ਸ਼ਦੈਣੇ ਕਾਇਰ, ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਦੇਖੋ ਇੱਥੇ ਹੁਣ ਉਹਨੇ ਆਪਣੇ ਪਿਤਾ ਨੂੰ ਬਾਰ-ਬਾਰ ਨਹੀਂ ਕਿਹਾ ਕਿ ਉਸ ਨੂੰ ਕੁਲਫੀ ਲੈ ਕੇ ਦੇਣ। ਉਹ ਬੜਾ ਪਰੇਸ਼ਾਨ ਸੀਗਾ। ਉਹਨੇ ਆਖਿਰਕਾਰ ਕੁਲਫੀ ਜਿਹੜੀ ਆ ਉਹ ਸ਼ਾਹ ਦੇ ਮੁੰਡੇ ਤੋਂ, ਜੋ ਅਮੀਰ ਘਰ ਦੀ ਸੀ, ਉਹ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਨੂੰ ਕਾਫੀ ਕੁਝ ਸਮਝਾਉਣ ਦੀ ਯਤਨ ਕੀਤਾ ਕਹਾਣੀਕਾਰ ਨੇ। ਜੋ ਵੀ ਗਲਤੀਆਂ ਹੋ ਗਈਆਂ ਹੋਣਗੀਆਂ ਮੈਨੂੰ ਮਾफ़ ਕਰਿਓ। ਠੀਕ ਹੈ। ਅੱਗੇ ਤੋਂ ਹੋਰ ਵੀ ਵਧੀਆ ਮੈਂ ਤੁਹਾਨੂੰ ਸਟੱਡੀ ਕਰਵਾਊਂਗਾ। ਸੋ ਇਹਦੇ ਪਾਠ ਅਭਿਆਸ ਜਿਹੜੇ ਨੇ, ਕੁਲਫੀ ਕਹਾਣੀ ਦਾ ਸਾਰ ਤੁਸੀਂ ਆਪਣੇ ਸ਼ਬਦਾਂ ਵਿੱਚ ਲਿਖਣਾ ਵਾ। ਜੋ ਵੀ ਤੁਹਾਨੂੰ ਸਮਝ ਲੱਗਿਆ ਆਪਣੇ ਸ਼ਬਦਾਂ ਵਿੱਚ, ਮਤਲਬ ਆਪਣੇ ਅਨੁਸਾਰ ਲਿਖਣਾ, ਬੁੱਕ ਤੋਂ ਦੇਖ ਕੇ ਨਹੀਂ ਲਿਖਣਾ। ਜੋ ਬੁੱਕ ਤੋਂ ਦੇਖ ਕੇ ਲਿਖੋਗੇ ਨੰਬਰ ਕਟਿੰਗ ਹੋ ਜਾਣੀ ਤੁਹਾਡੇ ਮੋੜ ਦੇ ਪੇਪਰ ਦੇ ਵਿੱਚ। ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਿਆ ਸੀਗਾ ਕਿ ਉਸ ਕੁਲਫੀ ਵਾਲੇ ਸੋਚਣ ਲੱਗਿਆ ਸੀ ਕਿ ਜਿਹੜਾ ਕਾਕਾ ਵਾ ਦੁਬਾਰਾ ਉਹ ਤੋਂ ਪੈਸੇ ਮੰਗੇਗਾ, ਦੁਬਾਰਾ ਉਸਨੂੰ ਸ਼ਰਮਿੰਦਗੀ ਮਹਿਸੂਸ ਹੋਏਗੀ ਆਪਣੇ ਬੱਚੇ ਸਾਹਮਣੇ। ਠੀਕ ਹੈ।
ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ ਕਿ ਮੈਨੂੰ ਨਹੀਂ ਲੱਗਦੀ ਖੰਘ ਖੂੰਘ, ਮਤਲਬ ਉਹਨੇ ਇੱਕ ਹਿੰਡ ਫੜ ਲਈ ਸੀ ਕਿ ਮੈਂ ਹੁਣ ਕੁਲਫੀ ਖਾਣੀ ਆ, ਜੋ ਕੁਝ ਹੋ ਜੇ। ਕੁਲਫੀ ਆ ਜਿਹੜੀ ਉਹ ਮਿੱਠੀ ਹੁੰਦੀ ਆ, ਵਧੀਆ ਹੁੰਦੀ ਆ, ਠੀਕ ਹੈ। ਅਤੇ ਉਹ ਕਹਿੰਦਾ ਕਿ ਮੈਨੂੰ ਖੰਘ ਨਹੀਂ ਲੱਗਦੀ ਹੈਗੀ, ਕੁਲਫੀ ਵਧੀਆ ਮਿੱਠੀ ਹੁੰਦੀ ਆ, ਉਹਨੇ ਇਹ ਸ਼ਬਦ ਕਹੇ ਸੀਗੇ, ਠੀਕ ਹੈ। ਲੇਖਕ ਆਪਣੇ ਪਿਤਾ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ? ਕਿਉਂਕਿ ਉਹ ਕਹਿੰਦਾ ਕਿ ਪਹਿਲੀ ਜੰਗ ਸਮੇਂ, ਕਿਉਂਕਿ ਉਹ ਕਹਿੰਦਾ ਕਿ ਇੱਕ ਪੈਸੇ ਦੇ ਨਾਲ, ਟਕੇ ਦੇ ਨਾਲ ਇੰਨਾ ਕੁਛ ਆ ਜਾਂਦਾ ਸੀ, ਅੱਜ ਉਹੀ ਪੈਸੇ ਦੇ ਨਾਲ ਕੁਝ ਵੀ ਨਹੀਂ ਆਉਂਦਾ, ਖਾਲੀ ਹੋ ਜਾਂਦਾ ਸਾਰਾ ਬਟੂਆ, ਹੈ ਨਾ। ਮਤਲਬ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਦਾ ਵਾ। ਬਾਕੀ ਤੁਸੀਂ ਪੂਰਾ ਵਧੀਆ ਤਰੀਕੇ ਦੇ ਨਾਲ ਗਾਈਡ ਵਿੱਚੋਂ ਜਾਂ ਬੁੱਕ ਦੇ ਵਿੱਚੋਂ ਲਿਖ ਸਕਦੇ ਹੋ। ਉਸ ਤੋਂ ਬਾਅਦ ਕਿ ਲੇਖਕ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਦੀ ਸੰਕੋਚ ਕਿਉਂ ਕਰ ਰਿਹਾ ਸੀ? ਕਿਉਂਕਿ ਉਸਨੇ ਕਿਹਾ ਸੀ ਕਿ ਜੋ ਇਸ ਦੀ ਬੇਰੁਜ਼ਗਾਰੀ ਭਰਿਆ ਜੋ ਜੀਵਨ ਬਤੀਤ ਹੋ ਰਿਹਾ ਬਾਕੀ ਦੁਨੀਆ ਦਾ, ਉਸ ਤਰ੍ਹਾਂ ਜੇਕਰ ਮੈਂ ਮੰਗ ਕੀਤੀ ਤਾਂ ਮੈਨੂੰ ਨੌਕਰੀ ਤੋਂ ਨਾ ਹਟਾ ਦਿੱਤਾ ਜਾਵੇ। ਸੋ ਇਸ ਕਰਕੇ ਉਹ ਸੰਕੋਚ ਕਰਦਾ ਸੀ, ਨਾ ਹੀ ਉਹ ਕਹਿੰਦਾ ਸੀ ਵੀ ਇਕੱਲੇ ਦੀ ਕੋਈ ਆਵਾਜ਼ ਸੁਣਦਾ ਵਾ, ਠੀਕ ਹੈ। ਸ਼ਾਹ ਦੇ ਮੁੰਡੇ ਦੇ ਕੁਲਫੀ ਖੋਹਣ 'ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀਗੀ? ਉਹਦੀ ਮਾਂ ਨੇ ਹੱਥ ਚੁੱਕ ਲਿਆ ਸੀਗਾ, ਉਸਨੇ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ, ਠੀਕ ਹੈ। ਅਤੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਸੀ ਉਹਦੇ ਮਾਪਿਆਂ ਦੀ। ਸੋ ਕਾਕਾ ਸੁਪਨੇ ਵਿੱਚ ਕਿਉਂ ਬੜਬੜਾਇਆ ਸੀ? ਕਿਉਂਕਿ ਉਸਨੂੰ ਕੁਲਫੀ ਨਹੀਂ ਖਾਧੀ ਸੀ, 2 ਦਿਨ ਹੋ ਗਏ ਸੀ ਉਸਨੂੰ ਲਾਰਾ ਲੱਗਦੇ ਹੋਏ, ਇਸ ਕਰਕੇ ਉਹ ਆਪਣੀ ਨੀਂਦ ਦੇ ਵਿੱਚ ਵੀ ਉਹ ਬੜਬੜਾ ਰਿਹਾ ਸੀ ਕਿ ਉਸਨੇ ਕੁਲਫੀ ਖਾਣੀ ਆ। ਅਤੇ ਉਸਦਾ ਪਿਤਾ ਉਸਨੂੰ ਦੇਖ ਕੇ ਉੱਠ ਖੜਿਆ ਸੀ ਅਤੇ ਉਸਨੂੰ ਦੇਖਣ ਲੱਗਿਆ ਸੀ ਕਿ ਬੱਚਾ ਕਿਉਂ ਇਸ ਤਰ੍ਹਾਂ ਕਰ ਰਿਹਾ ਵਾ, ਠੀਕ ਹੈ। ਇਸ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਤੁਸੀਂ ਇਹ ਮੈਨੂੰ ਕਮੈਂਟ ਕਰਕੇ ਦੱਸਿਓ, ਠੀਕ ਹੈ। ਲਿਖ ਕੇ ਦੱਸਿਓ ਕਿ ਕੀ ਸੰਦੇਸ਼ ਦੇਣਾ ਚਾਹੁੰਦਾ। ਬਾਕੀ ਮੈਂ ਤੁਹਾਨੂੰ ਕਹਾਣੀ ਦੇ ਵਿੱਚ ਸਮਝਾ ਦਿੱਤਾ ਕਿ ਇਹ ਗਰੀਬੀ ਨੂੰ ਲੈ ਕੇ ਆ, ਆਰਥਿਕ ਹਾਲਤ ਨੂੰ ਲੈ ਕੇ, ਆਰਥਿਕ ਮੰਦੀ ਹਾਲਤ ਨੂੰ ਲੈ ਕੇ ਆ। ਸੋ ਅਗਲੀ ਜੋ ਸਾਡੀ ਕਹਾਣੀ ਹੈਗੀ ਆ ਉਹਦੇ ਵਿੱਚ ਤੁਹਾਨੂੰ ਮਿਲਾਂਗੇ, ਜੋ ਕਿ ਅਗਲੀ ਕਹਾਣੀ ਰਘਵੀਰ ਢੰਡ ਦੀ ਹੈਗੀ ਆ, ਜੋ ਹੈਗੀ ਆ ਮੜੀਆਂ ਤੋਂ ਦੂਰ, ਰਘਵੀਰ ਢੰਡ ਦੁਆਰਾ ਲਿਖੀ ਗਈ ਹੈ। ਨੈਕਸਟ ਵੀਡੀਓ 'ਚ ਤੁਹਾਨੂੰ ਮੈਂ ਲੈ ਕੇ ਆਊਂਗਾ। ਸੋ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ, ਧੰਨਵਾਦ।